सत श्री अकाल दोस्तों, हाज़र हाँ तुहाडे लई एक नवीं कहानी लैके। बहुत समा पहलां दी गल है। एक पिंड विच चरनों नां दी औरत रहिंदी सी। चरनों दे दो पुत्तर सन। उन्हां दोवां दा विआह हो गया सी। घर दे विच दो नोहां आ गईयां सन। एक दा नाम रमन ते दूजी दा नाम जस्सी सी। फर्क सिर्फ इन्ना सी कि अमीर परिवार दी धी रमन बहुत दाज लैके चरनों दे घर आई सी, जदकि गरीब परिवार दी धी जस्सी बहुता कुछ लैके नहीं आई सी। यही कारण सी कि चरनों दोहां नोहां विच फर्क करदी सी। एक दिन सवेरे ही चरनों ने जस्सी वल वेख के कहा, अजे तक चाह क्यों नहीं बनी? सवेर दे 9 वज गए हन। थोड़ी देर बाद जस्सी चाह लैके आ गई। रमन चरनों दे कोल बैठी नेल पेंट लगा रही सी। चरनों रमन नूं कहंदी है, नेल पेंट दा रंग बहुत सोहना है। जस्सी ने कहा, मम्मी चाह पी लो। महारानी चाह बना रही सी जां छप्पन भोग, इन्नी देर किवें लग गई? चरनों ने गुस्से नाल कहा, मां खंड खत्म हो गई, चाह बनाउण लई गुड़ पीसना पिया, तां करके समा लग गया। चरनों नूं जस्सी बिल्कुल भी पसंद नहीं सी। हालांकि चरनों ने खुद जस्सी नूं अपने बेटे लई पसंद कीता सी, पर कुछ समय बाद बहुत कुछ बदल गया। समय ਦੇ ਨਾਲ ਚਰਨੋਂ ਦਾ ਘਰ ਵੱਡਾ ਹੁੰਦਾ ਗਿਆ ਤੇ ਉਸਦੀ ਸੋਚ ਛੋਟੀ ਹੁੰਦੀ ਗਈ। ਚਰਨੋਂ ਆਪ ਤਾਂ ਕਾਫੀ ਮਾਡਰਨ ਹੋ ਗਈ ਸੀ, ਪਰ ਜੱਸੀ ਦਾ ਸਾਦਾ ਤੇ ਸੁੰਦਰ ਵਿਵਹਾਰ ਚਰਨੋਂ ਨੂੰ ਪਰੇਸ਼ਾਨ ਕਰਨ ਲੱਗ ਪਿਆ ਸੀ। ਉਹ ਆਪਣੇ ਦੂਜੇ ਬੇਟੇ ਜਗਦੀਪ ਦੀ ਪਤਨੀ ਰਮਨ ਨੂੰ ਬਹੁਤ ਪਸੰਦ ਕਰਦੀ ਸੀ। ਜਗਦੀਪ ਨੇ ਰਮਨ ਨਾਲ ਲਵ ਮੈਰਿਜ ਕਰਵਾਈ ਸੀ। ਰਮਨ ਇੱਕ ਅਮੀਰ ਪਰਿਵਾਰ ਦੀ ਹੋਣ ਕਰਕੇ ਕਾਫੀ ਦਾਜ ਲੈ ਕੇ ਆਈ ਸੀ। ਸਾਰਾ ਦਿਨ ਜੱਸੀ ਝਾੜੂ ਪੋਚਾ ਕਰਦੀ, ਭਾਂਡੇ ਮਾਂਜਦੀ, ਦੂਜੇ ਪਾਸੇ ਰਮਨ ਸੱਜਣ ਸਵਰਨ ਵਿੱਚ ਲੱਗੀ ਰਹਿੰਦੀ ਸੀ। ਜੱਸੀ ਨੇ ਸਾਰਾ ਘਰ ਸੰਭਾਲ ਲਿਆ ਸੀ। ਇੱਕ ਦਿਨ ਜਦੋਂ ਚਰਨੋਂ ਆਪਣੇ ਘਰ ਕਿੱਟੀ ਪਾਰਟੀ ਰੱਖੀ ਤਾਂ ਉਸ ਦੀਆਂ ਸਾਰੀਆਂ ਸਹੇਲੀਆਂ ਆਈਆਂ। ਜੱਸੀ ਨੇ ਉਹਨਾਂ ਲਈ ਬਹੁਤ ਵਧੀਆ ਖਾਣਾ ਬਣਾਇਆ। ਚਰਨੋਂ ਦੀਆਂ ਸਾਰੀਆਂ ਸਹੇਲੀਆਂ ਨੂੰ ਖਾਣਾ ਬਹੁਤ ਪਸੰਦ ਆਇਆ। ਕਿੰਨਾ ਸ਼ਾਨਦਾਰ ਖਾਣਾ ਹੈ, ਤੁਸੀਂ ਕਿਸ ਹੋਟਲ ਤੋਂ ਆਰਡਰ ਕੀਤਾ ਹੈ? ਤਾਂ ਚਰਨੋਂ ਨੇ ਖੁਸ਼ੀ ਨਾਲ ਕਿਹਾ, ਇਹ ਹੋਟਲ ਦਾ ਨਹੀਂ, ਮੇਰੀ ਨੂੰਹ ਨੇ ਬਣਾਇਆ ਹੈ। ਤੁਸੀਂ ਕੀ ਗੱਲ ਕਰ ਰਹੇ ਹੋ? ਨੂੰਹ ਤਾਂ ਮੇਰੀ ਵੀ ਖਾਣਾ ਬਣਾਉਂਦੀ ਹੈ, ਪਰ ਇੰਨਾ ਸਵਾਦ ਨਹੀਂ ਬਣਾਉਂਦੀ। ਕਿਰਪਾ ਕਰਕੇ ਮੈਨੂੰ ਆਪਣੀ ਨੂੰਹ ਦੇ ਦਰਸ਼ਨ ਤਾਂ ਕਰਵਾਓ, ਮੇਰਾ ਉਸਦੇ ਹੱਥ ਚੁੰਮਣ ਦਾ ਮਨ ਕਰ ਰਿਹਾ ਹੈ। ਫਿਰ ਚਰਨੋਂ ਨੇ ਆਵਾਜ਼ ਦਿੱਤੀ, ਜੱਸੀ ਪੁੱਤ ਮੇਰੇ ਕੋਲ ਆਵੀਂ। ਚਰਨੋਂ ਦੀ ਸਹੇਲੀ ਕਹਿਣ ਲੱਗੀ, ਪੁੱਤ ਤੁਸੀਂ ਇੰਨਾ ਵਧੀਆ ਖਾਣਾ ਕਿਵੇਂ ਬਣਾਉਂਦੇ ਹੋ? ਮੈਂ ਬਹੁਤ ਸਮੇਂ ਬਾਅਦ ਇੰਨਾ ਵਧੀਆ ਖਾਣਾ ਖਾਧਾ ਹੈ। ਸ਼ੁਕਰੀਆ ਜੀ ਪ੍ਰਸ਼ੰਸਾ ਕਰਨ ਲਈ। ਜੇਕਰ ਤੁਹਾਨੂੰ ਮੇਰਾ ਖਾਣਾ ਇੰਨਾ ਪਸੰਦ ਹੈ ਤਾਂ ਮੈਂ ਹਰ ਰੋਜ਼ ਤੁਹਾਡੇ ਘਰ ਭੇਜ ਦਿਆਂਗੀ। ਨਹੀਂ ਜੱਸੀ, ਮੈਂ ਆਪ ਆ ਜਾਵਾਂ ਕਰਾਂਗੀ ਤੇਰੇ ਹੱਥ ਦਾ ਖਾਣਾ ਖਾਣ ਲਈ। ਸਾਰੀਆਂ ਸਹੇਲੀਆਂ ਖੁਸ਼ੀ-ਖੁਸ਼ੀ ਆਪਣੇ ਘਰ ਚਲੀਆਂ ਗਈਆਂ। ਅੱਜ ਤੂੰ ਕਮਾਲ ਕਰ ਦਿੱਤੀ, ਮੇਰੀਆਂ ਸਾਰੀਆਂ ਸਹੇਲੀਆਂ ਨੂੰ ਤੂੰ ਖੁਸ਼ ਕਰ ਦਿੱਤਾ, ਸ਼ਾਬਾਸ਼। ਚਰਨੋਂ ਨੂੰ ਪਹਿਲੀ ਵਾਰ ਜੱਸੀ ਦੀ ਤਾਰੀਫ ਕਰਦਿਆਂ ਦੇਖ ਰਮਨ ਨੂੰ ਬਹੁਤ ਗੁੱਸਾ ਆਉਂਦਾ ਹੈ ਤੇ ਰਮਨ ਜੱਸੀ ਨਾਲ ਈਰਖਾ ਕਰਨ ਲੱਗ ਜਾਂਦੀ ਹੈ। ਜਦੋਂ ਜੱਸੀ ਖਾਣਾ ਬਣਾਉਂਦੀ ਪਈ ਸੀ ਤਾਂ ਰਮਨ ਨੇ ਹੌਲੀ ਜਿਹਾ ਬਹੁਤ ਸਾਰਾ ਲੂਣ ਤੇ ਮਿਰਚ ਪਾ ਦਿੱਤੀ। ਹੁਣ ਦੇਖਦੀ ਹਾਂ ਕਿ ਇਹ ਕਿਵੇਂ ਬਚਦੀ ਹੈ। ਇਹ ਕਹਿ ਕੇ ਰਮਨ ਰਸੋਈ ਵਿੱਚੋਂ ਬਾਹਰ ਆ ਜਾਂਦੀ ਹੈ। ਡਾਈਨਿੰਗ ਟੇਬਲ ਤੇ ਚਰਨੋਂ ਤੇ ਉਸਦੇ ਦੋਵੇਂ ਪੁੱਤਰ ਤੇ ਰਮਨ ਖਾਣਾ ਖਾਣ ਲਈ ਬੈਠੇ ਹੋਏ ਸੀ। ਚਰਨੋਂ ਕਹਿੰਦੀ, ਅੱਜ ਸਾਡੀ ਰਸੋਈ ਦੀ ਮਹਾਰਾਣੀ ਨੇ ਕੀ ਬਣਾਇਆ ਹੈ? ਮਾਂ, ਅੱਜ ਮੈਂ ਮਟਰ ਪਨੀਰ ਦੀ ਸਬਜ਼ੀ, ਮੂੰਗੀ ਦਾਲ ਦਾ ਹਲਵਾ ਤੇ ਰਾਇਤਾ ਬਣਾਇਆ ਹੈ। ਜਲਦੀ ਲਿਆ, ਮੇਰਾ ਭੁੱਖ ਨਾਲ ਬੁਰਾ ਹਾਲ ਹੋਇਆ ਪਿਆ। ਜੱਸੀ ਸਾਰਿਆਂ ਨੂੰ ਖਾਣਾ ਪਰੋਸਦੀ ਹੈ ਤੇ ਜਿਵੇਂ ਹੀ ਚਰਨੋਂ ਆਪਣੇ ਮੂੰਹ ਵਿੱਚ ਬੁਰਕੀ ਪਾਉਂਦੀ ਹੈ, ਹਾਏ ਰੱਬਾ, ਪਾਣੀ ਪਾਣੀ। ਕੀ ਹੋਇਆ ਮਾਂ? ਪਹਿਲਾਂ ਪਾਣੀ ਦਿਓ। ਰਮਨ ਪਾਣੀ ਦਾ ਗਲਾਸ ਦਿੰਦੀ ਹੈ ਤੇ ਪਾਣੀ ਪੀਣ ਤੋਂ ਬਾਅਦ ਚਰਨੋਂ ਜੱਸੀ ਨੂੰ ਚੀਕਦੀ ਹੋਈ ਕਹਿੰਦੀ ਹੈ, ਕੁਲਕਸ਼ਣੀ ਕਲਮੂਹੀ, ਤੇਰੀ ਇੱਕ ਦਿਨ ਤਾਰੀਫ ਕੀ ਕਰ ਦਿੱਤੀ, ਤੂੰ ਤਾਂ ਸਿਰ ਚੜ ਗਈ। ਮੈਨੂੰ ਇੰਨੀਆਂ ਮਿਰਚਾਂ ਖਵਾ ਕੇ ਮਾਰਨ ਦਾ ਇਰਾਦਾ ਹੈ? ਪਰ ਮਾਂ, ਮੈਂ ਤਾਂ ਮਿਰਚ ਬਿਲਕੁਲ ਘੱਟ ਪਾਈ ਹੈ। ਚੁੱਪ ਕਰ, ਮੈਂ ਤਾਂ ਕਹਿੰਦੀ ਹਾਂ ਕਿ ਇਹ ਜੱਸੀ ਮਾਂ ਨੂੰ ਸਵਰਗ ਭੇਜਣਾ ਚਾਹੁੰਦੀ ਹੈ। ਇਹ ਕਹਿ ਕੇ ਰਮਨ ਨੇ ਬਲਦੀ ਅੱਗ ਤੇ ਤੇਲ ਪਾਉਣ ਵਾਲਾ ਕੰਮ ਕੀਤਾ। ਚਰਨੋਂ ਨੇ ਗੁੱਸੇ ਨਾਲ ਜੱਸੀ ਨੂੰ ਕਿਹਾ, ਨਿਕਲ ਜਾ ਮੇਰੇ ਘਰ ਚੋਂ। ਜੱਸੀ ਦਾ ਪਤੀ ਤਨਵੀਰ ਕਹਿੰਦਾ, ਗਲਤੀ ਨਾਲ ਮਿਰਚ ਜ਼ਿਆਦਾ ਪੈ ਗਈ ਹੋਵੇਗੀ। ਮਾਂ, ਜੱਸੀ ਜਾਣਬੁੱਝ ਕੇ ਅਜਿਹਾ ਕੁਝ ਨਹੀਂ ਕਰੇਗੀ। ਤਨਵੀਰ ਵੀਰੇ, ਮੈਂ ਤੁਹਾਨੂੰ ਵੀ ਮਾਂ ਦੀ ਬੁਰਾਈ ਕਰਦੇ ਹੋਏ ਕਈ ਵਾਰ ਸੁਣਿਆ ਹੈ। ਇਹ ਕਹਿ ਕੇ ਰਮਨ ਨੇ ਗੱਲ ਹੋਰ ਵਧਾ ਦਿੱਤੀ।
ਵਿਆਹ ਹੋਣ ਤੋਂ ਬਾਅਦ ਤੁਸੀਂ ਆਪਣੀ ਪਤਨੀ ਦੇ ਗੁਲਾਮ ਬਣ ਗਏ ਹੋ। ਤਨਵੀਰ ਕਹਿੰਦਾ, ਰਮਨ ਤੂੰ ਆਪਣੀ ਹੱਦ ਵਿੱਚ ਰਹਿ, ਤੈਨੂੰ ਵੱਡਿਆਂ ਨਾਲ ਇਸ ਤਰ੍ਹਾਂ ਗੱਲ ਕਰਨ ਦਾ ਕੋਈ ਹੱਕ ਨਹੀਂ। ਚਰਨੋ ਕਹਿੰਦੀ, ਉਹਨੂੰ ਕੀ ਸਮਝਾ ਰਿਹਾ ਹੈ? ਆਪਣੀ ਪਤਨੀ ਨੂੰ ਸਮਝਾ ਜੋ ਮੈਨੂੰ ਮਾਰਨਾ ਚਾਹੁੰਦੀ ਹੈ ਤੇ ਤੂੰ ਚੁੱਪਚਾਪ ਉਸ ਦਾ ਪੱਖ ਲੈ ਰਿਹਾ ਹੈ। ਬਸ ਬਹੁਤ ਹੋ ਗਿਆ ਮਾਂ, ਅਸੀਂ ਇਸ ਘਰ ਵਿੱਚ ਨਹੀਂ ਰਹਿਣਾ ਚਾਹੁੰਦੇ ਜਿੱਥੇ ਮੇਰੀ ਤੇ ਮੇਰੀ ਪਤਨੀ ਦੀ ਇੱਜ਼ਤ ਨਹੀਂ ਹੈ। ਚੱਲ ਜੱਸੀ, ਸਮਾਨ ਪੈਕ ਕਰ, ਹੁਣ ਅਸੀਂ ਇੱਕ ਪਲ ਲਈ ਵੀ ਇਸ ਘਰ ਵਿੱਚ ਨਹੀਂ ਰਹਾਂਗੇ। ਹਾਂ ਹਾਂ ਜਾ, ਇਹੀ ਉਮੀਦ ਸੀ ਤੇਰੇ ਤੋਂ। ਅੱਜ ਤੇਰੇ ਲਈ ਆਪਣੀ ਮਾਂ ਤੋਂ ਉੱਪਰ ਪਤਨੀ ਹੋ ਗਈ। ਕੁਝ ਦਿਨਾਂ ਬਾਅਦ ਰਮਨ ਆਪਣੀ ਮਾਂ ਨਾਲ ਗੱਲ ਕਰ ਰਹੀ ਸੀ। ਮੈਂ ਕੀ ਕਰਾਂ ਮਾਂ, ਜੱਸੀ ਦੇ ਘਰ ਛੱਡਣ ਤੋਂ ਬਾਅਦ ਸਾਰੇ ਕੰਮ ਮੈਨੂੰ ਕਰਨੇ ਪੈਂਦੇ ਹਨ। ਮੈਂ ਬਹੁਤ ਪਰੇਸ਼ਾਨ ਹਾਂ। ਜੇ ਉਹ ਇੱਥੇ ਹੁੰਦੀ ਤਾਂ ਘੱਟੋ ਘੱਟ ਆਰਾਮ ਤਾਂ ਕਰਨ ਨੂੰ ਮਿਲਦਾ ਸੀ। ਹੁਣ ਇਸ ਬੁੱਢੀ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਹੋਇਆ ਹੈ। ਉਹ ਹਰ ਘੰਟੇ ਚਾਹ ਮੰਗਦੀ ਹੈ। ਹਾਂ ਹਾਂ ਠੀਕ ਹੈ ਮਾਂ, ਮੈਂ ਇੰਝ ਹੀ ਕਰਾਂਗੀ ਜਿਵੇਂ ਤੁਸੀਂ ਕਿਹਾ ਹੈ, ਤੇ ਫੋਨ ਕੱਟ ਦਿੰਦੀ ਹੈ। ਕੁਝ ਸਮੇਂ ਬਾਅਦ ਰਮਨ ਝਾੜੂ ਪੋਚਾ ਲਿਆ ਕੇ ਆਪਣੀ ਸੱਸ ਦੇ ਸਾਹਮਣੇ ਰੱਖ ਦਿੰਦੀ ਹੈ। ਇਹ ਕੀ ਹੈ? ਰਮਨ ਨੇ ਕਿਹਾ, ਮੈਂ ਤਾਂ ਬਹੁਤ ਕੰਮ ਕਰ ਲਿਆ ਹੈ, ਹੁਣ ਤੁਹਾਡੀ ਵਾਰੀ ਹੈ। ਕੀ ਕਹਿ ਰਹੀ ਹੈ? ਹੁਣ ਤੂੰ ਆਪਣੀ ਸੱਸ ਤੋਂ ਕੰਮ ਕਰਵਾਵੇਂਗੀ? ਤੂੰ ਆਪਣੀ ਸੱਸ ਨੂੰ ਕੰਮ ਵਾਲੀ ਬਣਾਵੇਂਗੀ? ਰਮਨ ਨੇ ਕਿਹਾ, ਕਿਉਂ ਸੱਸ ਕੋਈ ਦੇਵੀ ਹੁੰਦੀ ਹੈ ਜੋ ਕੰਮ ਨਹੀਂ ਕਰ ਸਕਦੀ? ਮੈਂ ਸ਼ਹਿਰ ਚੱਲੀ ਆਂ ਤੇ ਕੰਮ ਵਾਲੀ ਨੇ 2 ਦਿਨ ਨਹੀਂ ਆਉਣਾ ਹੈ। ਸਾਰਾ ਕੰਮ ਕਰਨ ਵਾਲਾ ਪਿਆ ਹੈ। ਚਰਨੋ ਕਹਿੰਦੀ, ਇਹ ਨਾ ਭੁੱਲ, ਇਸ ਘਰ ਦੀ ਮਾਲਕਣ ਮੈਂ ਹਾਂ। ਮਾਂ ਮੈਂ ਨਹੀਂ, ਸ਼ਾਇਦ ਤੁਸੀਂ ਭੁੱਲ ਰਹੇ ਹੋ ਕਿ ਪਿਛਲੇ ਹਫ਼ਤੇ ਆਪਣੀ ਵਸੀਅਤ ਵਿੱਚ ਤੁਸੀਂ ਮੇਰੇ ਪਤੀ ਜਗਦੀਪ ਨੂੰ ਇਸ ਘਰ ਦਾ ਮਾਲਕ ਬਣਾਇਆ ਸੀ। ਜੇ ਤੁਸੀਂ ਇੱਥੇ ਕੰਮ ਕਰੋਗੇ ਤਾਂ ਹੀ ਰਹੋਗੇ, ਨਹੀਂ ਤਾਂ ਇਸ ਘਰ ਨੂੰ ਛੱਡ ਕੇ ਚਲੇ ਜਾਵੋ। ਤੈਨੂੰ ਮੇਰੇ ਨਾਲ ਇਸ ਤਰ੍ਹਾਂ ਗੱਲ ਕਰਦਿਆਂ ਸ਼ਰਮ ਨਹੀਂ ਆਉਂਦੀ? ਜਗਦੀਪ ਨੂੰ ਆਉਣ ਦੇ, ਇਹ ਕਹਿ ਕੇ ਚਰਨੋ ਆਪਣੇ ਕਮਰੇ ਵਿੱਚ ਚਲੀ ਗਈ। ਸ਼ਾਮ ਨੂੰ ਜਦੋਂ ਜਗਦੀਪ ਆਇਆ ਤਾਂ ਮਾਂ ਉਸ ਕੋਲ ਆ ਕੇ ਕਹਿੰਦੀ, ਪੁੱਤ ਜਗਦੀਪ, ਅੱਜ ਤੇਰੀ ਪਤਨੀ ਨੇ ਮੇਰੇ ਨਾਲ ਬਹੁਤ ਮਾੜਾ ਸਲੂਕ ਕੀਤਾ ਹੈ। ਕੀ ਕਿਹਾ ਹੈ? ਰਮਨ ਨੇ ਮਾਂ ਜਗਦੀਪ ਪੁੱਛਦਾ ਹੈ। ਉਹ ਕਹਿੰਦੀ, ਇਹ ਘਰ ਮੇਰਾ ਹੈ, ਜੇ ਤੁਸੀਂ ਇੱਥੇ ਰਹਿਣਾ ਤਾਂ ਕੰਮ ਕਰਨਾ ਪਏਗਾ, ਨਹੀਂ ਤਾਂ ਇੱਥੇ ਚਲੇ ਜਾਓ। ਤਾਂ ਇਸ ਵਿੱਚ ਗਲਤ ਕੀ ਹੈ ਮਾਂ? ਯਾਦ ਕਰੋ ਜਦੋਂ ਤੁਸੀਂ ਮੈਨੂੰ ਜਾਇਦਾਦ ਦੇ ਕਾਗਜ਼ ਦਿੰਦੇ ਸਮੇਂ ਕਿਹਾ ਸੀ ਕਿ ਇਹ ਮੇਰਾ ਘਰ ਹੈ ਤੇ ਮੇਰੇ ਕੋਲ ਹੀ ਰਹੇਗਾ। ਇਹ ਤਾਂ ਰਮਨ ਸੀ ਜਿਸ ਨੇ ਮੇਰੇ ਤੇ ਭਰੋਸਾ ਕੀਤਾ ਸੀ ਤੇ ਤੁਹਾਡੀ ਜਾਇਦਾਦ ਤੇ ਮੇਰਾ ਨਾਮ ਲਿਖਾ ਦਿੱਤਾ, ਵਰਨਾ ਤੁਸੀਂ ਆਪਣੀ ਮਰਜ਼ੀ ਨਾਲ ਇਹ ਜਾਇਦਾਦ ਮੈਨੂੰ ਕਿੱਥੇ ਦਿੰਦੇ ਸੀ? ਹੁਣ ਇਹ ਤੁਹਾਡਾ ਤੇ ਤੁਹਾਡੀ ਨੂੰਹ ਦਾ ਆਪਸ ਦਾ ਮਾਮਲਾ ਹੈ। ਇਸ ਲਈ ਮਾਂ, ਇਹ ਗੱਲ ਰਮਨ ਨਾਲ ਕਰਕੇ ਤੁਸੀਂ ਦੋਵੇਂ ਆਪਸ ਵਿੱਚ ਸੁਲਝਾ ਲਵੋ। ਤਾਂ ਚਰਨੋ ਕਹਿੰਦੀ, ਬੇਟਾ ਜਗਦੀਪ, ਇਹ ਕੀ ਕਹਿ ਰਹੇ ਹੋ? ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ। ਤੁਸੀਂ ਆਪਣੀ ਮਾਂ ਨੂੰ ਘਰੋਂ ਕੱਢਣ ਦੀ ਗੱਲ ਕਰ ਰਹੇ ਹੋ। ਉਦੋਂ ਹੀ ਜਗਦੀਪ ਕਹਿੰਦਾ ਹੈ, ਮੈਂ ਇਹ ਨਹੀਂ ਕਿਹਾ ਮਾਂ, ਬਸ ਜਿਵੇਂ ਰਮਨ ਦੀ ਮਰਜ਼ੀ ਹੈ ਉਹ ਹੀ ਹੋਵੇਗਾ। ਇਹ ਕਹਿ ਕੇ ਜਗਦੀਪ ਉੱਥੋਂ ਚਲਾ ਗਿਆ। ਇਹ ਉਹ ਸਮਾਂ ਸੀ ਜਦੋਂ ਤੱਕ ਚਰਨੋ ਮਾਣ ਨਾਲ ਰਹਿੰਦੀ ਸੀ। ਉਸ ਤੋਂ ਬਾਅਦ ਤਾਂ ਹਰ ਰੋਜ਼ ਝਾੜੂ ਪੋਚਾ, ਭਾਂਡੇ ਤੇ ਕੱਪੜੇ ਸਾਫ਼ ਕਰਨ ਵਿੱਚ ਦਿਨ ਬੀਤਦਾ ਸੀ। ਇਸੇ ਤਰ੍ਹਾਂ ਕੁਝ ਦਿਨਾਂ ਬਾਅਦ ਰਮਨ ਦੀਆਂ ਸਹੇਲੀਆਂ ਚਰਨੋ ਦੇ ਘਰ ਆਈਆਂ ਤਾਂ ਰਮਨ, ਮੰਮੀ ਜੀ ਜਲਦੀ ਨਾਲ ਚਾਹ ਬਣਾ ਦਿਓ, ਮੇਰੀਆਂ ਸਹੇਲੀਆਂ ਆਈਆਂ ਹਨ, ਬਸ ਹੁਣੇ ਲੈ ਕੇ ਆਈ ਧੀਏ, ਕਹਿ ਕੇ ਚਰਨੋ ਚਾਹ ਲੈ ਕੇ ਆਉਂਦੀ ਹੈ। ਉਦੋਂ ਹੀ ਰਮਨ ਦੀ ਇੱਕ ਸਹੇਲੀ ਚਾਹ ਪੀ ਕੇ ਕਹਿੰਦੀ ਹੈ, ਓਹੋ, ਇਹ ਕਿਹੋ ਜੀ ਚਾਹ ਹੈ, ਇਸ ਵਿੱਚ ਖੰਡ ਦੀ ਥਾਂ ਨਮਕ ਹੈ। ਰਮਨ ਗੁੱਸੇ ਵਿੱਚ, ਮੰਮੀ ਜੀ ਤੁਸੀਂ ਇਹ ਕੀ ਕੀਤਾ? ਮੇਰਾ ਤਾਂ ਨੱਕ ਵੜਾ ਦਿੱਤਾ ਹੈ। ਚਰਨੋ ਕਹਿੰਦੀ, ਨੋ, ਮੈਂ ਗਲਤੀ ਨਾਲ ਲੂਣ ਪਾ ਲਿਆ ਹੋਣਾ ਹੈ। ਤੁਸੀਂ ਇਹ ਜਾਣਬੁੱਝ ਕੇ ਕੀਤਾ ਹੈ ਕਿਉਂਕਿ ਤੁਸੀਂ ਚਾਹੁੰਦੇ ਹੋ ਕਿ ਮੇਰੀਆਂ ਸਹੇਲੀਆਂ ਦੇ ਸਾਹਮਣੇ ਬੇਇੱਜ਼ਤੀ ਕੀਤੀ ਜਾਵੇ। ਤੁਸੀਂ ਇੱਕ ਕੰਮ ਵੀ ਠੀਕ ਤਰ੍ਹਾਂ ਨਹੀਂ ਕਰ ਸਕਦੇ। ਤੁਸੀਂ ਬੁੱਢੇ ਹੋ ਗਏ ਹੋ। ਜਿਵੇਂ ਕਿ ਤੁਸੀਂ ਜਾਣਦੇ ਹੋ, ਮੈਂ ਕਿਹਾ ਸੀ ਕਿ ਜੇ ਮੇਰੇ ਘਰ ਕੋਈ ਕੰਮ ਨਹੀਂ ਕਰੋਗੇ ਤਾਂ ਕੋਈ ਗੱਲ ਨਹੀਂ, ਮੈਂ ਅੱਜ ਜਗਦੀਪ ਨਾਲ ਗੱਲ ਕਰਾਂਗੀ ਤੇ ਤੁਹਾਨੂੰ ਵਿਰਧ ਆਸ਼ਰਮ ਭੇਜ ਦੇਵਾਂਗੀ। ਚਰਨੋ ਰੋਂਦੀ ਹੋਈ, ਨਹੀਂ ਧੀਏ, ਅਜਿਹਾ ਨਾ ਕਰਨਾ। ਮੈਂ ਬੁਢਾਪੇ ਵਿੱਚ ਕਿੱਥੇ ਜਾਵਾਂਗੀ? ਮੈਨੂੰ ਨਹੀਂ ਪਤਾ ਕਿੱਥੇ ਜਾਵੇਂਗੀ, ਮੈਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ। ਇਹ ਕਹਿ ਕੇ ਰਮਨ ਉੱਥੋਂ ਚਲੀ ਜਾਂਦੀ ਹੈ। ਹਾਏ ਰੱਬਾ, ਮੈਂ ਆਪਣੇ ਪਿਛਲੇ ਜਨਮ ਵਿੱਚ ਕਿਹੜਾ ਮਾੜਾ ਕਰਮ ਕੀਤਾ ਸੀ ਕਿ ਮੈਨੂੰ ਅਜਿਹੀ ਨੂੰਹ ਮਿਲੀ। ਇਹ ਕਹਿ ਕੇ ਚਰਨੋ ਰੋਣ ਲੱਗ ਪਈ। ਮੈਂ ਹਮੇਸ਼ਾ ਜੱਸੀ ਨੂੰ ਗਾਲਾਂ ਕੱਢਦੀ ਸੀ। ਮੈਂ ਉਸ ਦੇਵੀ ਨੂੰ ਘਰੋਂ ਬਾਹਰ ਕੱਢ ਦਿੱਤਾ ਤੇ ਅੱਜ ਉਹੀ ਕੁਝ ਮੇਰੇ ਨਾਲ ਹੋ ਰਿਹਾ ਹੈ।
ਉਦੋਂ ਹੀ ਰਮਨ ਆ ਗਈ ਤੇ ਕਹਿੰਦੀ ਹੈ, ਠੀਕ ਹੈ, ਜੇ ਉਹ ਦੇਵੀ ਹੈ ਤੇ ਮੈਂ ਇੱਕ ਡੈਣ ਹਾਂ। ਜੇਕਰ ਤੈਨੂੰ ਉਸਦੀ ਇੰਨੀ ਯਾਦ ਆਉਂਦੀ ਹੈ ਤਾਂ ਉਸਦੇ ਕੋਲ ਚਲੀ ਜਾ, ਇੱਥੇ ਕਿਉਂ ਖੜੀ ਹੈ। ਰਮਨ ਬਹੁਤ ਗੁੱਸੇ ਵਿੱਚ ਆ ਜਾਂਦੀ ਹੈ ਤੇ ਚਰਨੋਂ ਨੂੰ ਧੱਕਾ ਦੇ ਕੇ ਬਾਹਰ ਕੱਢ ਦਿੰਦੀ ਹੈ। ਵਿਚਾਰੀ ਚਰਨੋਂ ਬੁਢਾਪੇ ਵਿੱਚ ਰੋਂਦੀ ਹੋਈ ਇੱਧਰ ਉੱਧਰ ਭਟਕਦੀ ਹੋਈ ਉਹ ਬਾਜ਼ਾਰ ਵਿੱਚ ਪਹੁੰਚ ਜਾਂਦੀ ਹੈ। ਬਾਜ਼ਾਰ ਵਿੱਚ ਜਾ ਕੇ ਉਹ ਇੱਕ ਦੁਕਾਨ 'ਤੇ ਬਾਹਰ ਜਾ ਕੇ ਬੈਠ ਗਈ ਤੇ ਆਪਣੇ ਦਰਦ ਥੋੜਾ ਘੱਟ ਕਰਨ ਦੀ ਕੋਸ਼ਿਸ਼ ਕਰਦੀ ਹੈ। ਉਦੋਂ ਹੀ ਚਰਨੋਂ ਨੂੰ ਪਿੱਛੇ ਤੋਂ ਕਿਸੇ ਨੇ ਆਵਾਜ਼ ਆਉਂਦੀ ਹੈ, ਮਾਂ ਤੁਸੀਂ ਇੱਥੇ ਕੀ ਕਰ ਰਹੇ ਹੋ। ਤਾਂ ਚਰਨੋਂ ਵੇਖਦੀ ਹੈ ਕਿ ਉਸਦੀ ਵੱਡੀ ਨੂੰਹ ਜੱਸੀ ਸਾਹਮਣੇ ਖੜੀ ਸੀ। ਜੱਸੀ ਕਹਿੰਦੀ, ਕੀ ਹੋਇਆ ਮਾਂ, ਤੁਸੀਂ ਰੋ ਕਿਉਂ ਰਹੇ ਹੋ, ਸਭ ਕੁਝ ਠੀਕ ਤਾਂ ਹੈ। ਫਿਰ ਚਰਨੋਂ, ਜੱਸੀ ਧੀਏ ਮੈਨੂੰ ਮਾफ़ ਕਰ ਦਿਓ, ਮੈਂ ਤੁਹਾਡੀ ਦੋਸ਼ੀ ਹਾਂ, ਮੈਨੂੰ ਮਾफ़ ਕਰ ਦਿਓ। ਮਾਂ ਤੁਸੀਂ ਮੇਰੇ ਤੋਂ ਮਾफ़ੀ ਕਿਉਂ ਮੰਗਦੇ ਹੋ, ਤੁਸੀਂ ਤਾਂ ਮੇਰੇ ਤੋਂ ਵੱਡੇ ਹੋ। ਜੱਸੀ ਕਹਿੰਦੀ ਹੈ, ਮਾਂ ਬਹੁਤ ਹੋ ਗਿਆ ਰੋਣਾ, ਹੁਣ ਬੰਦ ਕਰੋ ਤੇ ਮੈਨੂੰ ਦੱਸੋ ਕੀ ਹੋਇਆ ਹੈ। ਫਿਰ ਚਰਨੋਂ ਜੱਸੀ ਨੂੰ ਸਾਰੀ ਗੱਲ ਦੱਸਦੀ ਹੈ ਕਿ ਕਿਵੇਂ ਰਮਨ ਨੇ ਉਸਦੀ ਜ਼ਿੰਦਗੀ ਨਰਕ ਬਣਾ ਦਿੱਤੀ ਤੇ ਉਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਜੱਸੀ ਕਹਿੰਦੀ, ਮਾਂ ਤੁਸੀਂ ਫਿਕਰ ਨਾ ਕਰੋ, ਤੁਹਾਡੀ ਦੂਸਰੀ ਧੀ ਜਿੰਦਾ ਹੈ, ਤੁਸੀਂ ਮੇਰੇ ਘਰ ਚੱਲੋ। ਇਹ ਕਹਿ ਕੇ ਜੱਸੀ ਉਸ ਨੂੰ ਆਪਣੇ ਘਰ ਲੈ ਗਈ ਤੇ ਤਨਵੀਰ ਆਪਣੀ ਮਾਂ ਨੂੰ ਦੇਖ ਕੇ ਬਹੁਤ ਖੁਸ਼ ਹੁੰਦਾ ਹੈ। ਚਰਨੋਂ ਤਨਵੀਰ ਤੋਂ ਆਪਣੇ ਕੀਤੇ ਲਈ ਮਾफ़ੀ ਮੰਗਦੀ ਹੈ ਤੇ ਚਰਨੋਂ ਸਭ ਕੁਝ ਸਮਝ ਜਾਂਦੀ ਹੈ ਕਿ ਜੋ ਚਮਕਦਾ ਹੈ ਉਹ ਸੋਨਾ ਨਹੀਂ ਹੁੰਦਾ।